ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA TV। ਮੈਂ ਬਰਨ ਕੌਰ ਮਾਨ। ਖਬਰਾਂ ਦੇ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ। ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਰੀਮੈਕਸ ਦੇ ਰੀਅਲਟਰ ਗੁਰਜਿਤਿੰਦਰ ਸਿੰਘ ਰੰਧਾਵਾ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਪ੍ਰਾਪਰਟੀ ਖਰੀਦ ਅਤੇ ਵੇਚ ਸਕਦੇ ਹੋ। ਇਹਨਾਂ ਦੇ ਫੋਨ ਨੰਬਰ ਵੀ ਟੀਵੀ ਸਕਰੀਨ ਦੇ ਉੱਤੇ ਦੇਖ ਸਕਦੇ ਹੋ। ਤੇ ਹੁਣ ਪੇਸ਼ ਨੇ ਪਹਿਲਾਂ ਚੁਣਵੀਆਂ ਖਬਰਾਂ। ਕੈਨੇਡਾ 'ਚ 1 ਲੱਖ ਭਾਰਤੀਆਂ ਨੂੰ ਮਿਲੀ PR। ਕੈਨੇਡਾ 'ਚ ਰਹਿਣ ਤੇ ਨੌਕਰੀ ਕਰਨ ਦਾ ਸੁਨਹਿਰੀ ਮੌਕਾ। 1 ਮਿਲੀਅਨ ਤੋਂ ਵੱਧ ਵਿਦੇਸ਼ੀ ਲੋਕਾਂ ਨੂੰ ਨੌਕਰੀਆਂ ਦੇਣ ਦੀ ਕੀਤੀ ਜਾ ਰਹੀ ਹੈ ਤਿਆਰੀ। ਚੀਨ ਦਾ ਦਾਅਵਾ, ਸਖਤ ਲਾਕਡਾਊਨ ਦੇ ਬਾਵਜੂਦ ਘੱਟੋ-ਘੱਟ 1300 ਭਾਰਤੀ ਵਿਦਿਆਰਥੀਆਂ ਨੂੰ ਦਿੱਤਾ ਗਿਆ ਵੀਜ਼ਾ। ਯੂਨੀਵਰਸਿਟੀ ਪਰਤਣ ਦੀ ਦਿੱਤੀ ਸਲਾਹ। ਭਾਰਤੀ ਵਿਦਿਆਰਥੀਆਂ ਦੇ ਕੰਮ ਕਰਨ ਸੰਬੰਧੀ ਨਵੇਂ ਨਿਯਮ ਲਾਗੂ। ਚੀਨ ਨੂੰ ਦਿੱਤੀ ਗਈ ਜਾਣਕਾਰੀ। ਅਮਰੀਕਾ 'ਚ ਲੋਕਤੰਤਰ ਖਤਰੇ 'ਚ ਹੈ। ਸਾਬਕਾ ਅਮਰੀਕੀ ਰਾਸ਼ਟਰਪਤੀ ਓਬਾਮਾ ਦਾ ਬਿਆਨ। ਉੱਤਰੀ ਕੋਰੀਆ ਨੇ ਦਿੱਤੀ ਦੱਖਣੀ ਕੋਰੀਆ ਤੇ ਅਮਰੀਕਾ ਖਿਲਾਫ ਵੱਡਾ ਕਦਮ ਚੁੱਕਣ ਦੀ ਧਮਕੀ। ਅਲਬਰਟਾ ਸਰਕਾਰ ਵਿੱਚ ਪੰਜਾਬਣ ਬਣੀ ਇਮੀਗ੍ਰੇਸ਼ਨ ਮੰਤਰੀ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ ਤੇ ਦੇਸ਼ ਵਿਦੇਸ਼ ਦੀਆਂ ਹੋਰ ਬਹੁਤ ਸਾਰੀਆਂ ਖਬਰਾਂ। ਕੈਨੇਡਾ 'ਚ ਸਾਲ 2021 ਦੌਰਾਨ 1 ਲੱਖ ਭਾਰਤੀ ਪੱਕੇ ਵਸਨੀਕ ਯਾਨੀ ਕਿ PR ਬਣੇ ਨੇ, ਜਦਕਿ ਇਸ ਦੌਰਾਨ 4 ਲੱਖ ਤੋਂ ਵੱਧ ਲੋਕ ਕੈਨੇਡਾ 'ਚ ਦਾਖਲ ਵੀ ਹੋਏ ਨੇ। ਪਿਛਲੇ ਹਫ਼ਤੇ 2023-25 ਲਈ ਇਮੀਗ੍ਰੇਸ਼ਨ ਪੱਧਰੀ ਯੋਜਨਾ ਦਾ ਐਲਾਨ ਕਰਦਿਆਂ ਕੈਨੇਡਾ ਨੇ ਕਿਹਾ ਕਿ ਉਹ ਰਿਕਾਰਡ 5 ਲੱਖ ਨਵੇਂ ਪੱਕੇ ਵਸਨੀਕਾਂ ਦਾ ਸਵਾਗਤ ਕਰਨ ਦੀ ਯੋਜਨਾ ਬਣਾ ਰਿਹਾ। ਉਹਨਾਂ ਨੇ ਕਿਹਾ ਕਿ ਨੌਕਰੀਆਂ ਦੀ ਬਿਹਤਰ ਸੰਭਾਵਨਾ ਅਤੇ ਸਮੁੱਚੇ ਤੌਰ ਤੇ ਬਿਹਤਰ ਜ਼ਿੰਦਗੀ ਦੇ ਲਈ ਭਾਰਤੀ ਲੋਕ ਕੈਨੇਡਾ ਵੱਲ ਪ੍ਰਵਾਸ ਕਰ ਰਹੇ ਨੇ। 2021 ਵਿੱਚ ਲਗਭਗ 1 ਲੱਖ ਭਾਰਤੀ ਕੈਨੇਡਾ ਦੇ ਪੱਕੇ ਵਸਨੀਕ ਬਣ ਗਏ, ਕਿਉਂਕਿ ਦੇਸ਼ ਨੇ ਆਪਣੇ ਇਤਿਹਾਸ ਵਿੱਚ ਰਿਕਾਰਡ 4,05,090 ਪ੍ਰਵਾਸੀਆਂ ਨੂੰ ਦੇਸ਼ ਅੰਦਰ ਦਾਖਲਾ ਦੇਣ ਦਾ ਹੈ। ਔਰ ਸਟੈਟਿਕਸ ਕੈਨੇਡਾ ਨੇ ਹੁਣ ਭਵਿੱਖਬਾਣੀ ਕੀਤੀ ਹੈ ਕਿ ਦੇਸ਼ ਦੀ ਪ੍ਰਵਾਸੀ ਆਬਾਦੀ 2048 ਤੱਕ 34% ਤੱਕ ਵੱਧ ਜਾਏਗੀ। ਇਸ ਦੌਰਾਨ ਕੈਨੇਡਾ ਦੀ ਕੌਮੀ ਅੰਕੜਾ ਏਜੰਸੀ ਵੱਲੋਂ ਜਾਰੀ ਕੀਤੇ ਗਏ ਇੱਕ ਨਵੇਂ ਸਰਵੇਖਣ ਦੇ ਅਨੁਸਾਰ ਕੈਨੇਡਾ 'ਚ ਭਾਰਤੀਆਂ ਸਮੇਤ ਹੋਰ ਪ੍ਰਵਾਸੀ ਨੌਕਰੀਆਂ ਲੱਭਣ ਵਿੱਚ ਸਫਲ ਰਹੇ ਨੇ ਅਤੇ ਦੇਸ਼ ਦੀ ਕਿਰਤ ਸ਼ਕਤੀ ਵਿਚਾਲੇ ਪਾੜੇ ਨੂੰ ਭਰ ਰਹੇ ਨੇ। ਸਟੈਟਿਕਸ ਕੈਨੇਡਾ ਵੱਲੋਂ ਜਾਰੀ ਲੇਬਰ ਫੋਰਸ ਸਰਵੇਖਣ ਡੇਟਾ 2022 ਵਿੱਚ ਕਿਹਾ ਗਿਆ ਹੈ ਕਿ ਪਿਛਲੇ 5 ਸਾਲਾਂ ਵਿੱਚ ਕੈਨੇਡਾ 'ਚ ਆਏ ਪ੍ਰਵਾਸੀਆਂ ਦੀ ਰੁਜ਼ਗਾਰ ਦਰ 70.7% ਰਹੀ ਹੈ, ਜੋ ਅਕਤੂਬਰ 2019 ਮੁਕਾਬਲੇ ਵੱਧ ਹੈ। ਸਰਵੇਖਣ ਦੇ ਅਨੁਸਾਰ 15 ਸਾਲ ਜਾਂ ਇਸ ਤੋਂ ਬਾਅਦ ਉਮਰ ਦੇ 62% ਤੋਂ ਵੱਧ ਪ੍ਰਵਾਸੀ ਨੌਕਰੀ ਕਰਦੇ ਨੇ। ਇਮੀਗ੍ਰੇਸ਼ਨ ਬਾਰੇ 2021 ਦੀ ਮਰਦਸ਼ੁਮਾਰੀ ਦੇ ਅੰਕੜਿਆਂ ਦੇ ਅਨੁਸਾਰ ਕੈਨੇਡਾ ਦੀ 23% ਆਬਾਦੀ ਪ੍ਰਵਾਸੀ ਹੈ। ਸਰਵੇਖਣ ਦੇ ਅਨੁਸਾਰ ਜ਼ਿਆਦਾਤਰ ਨਵੇਂ ਰੋਜ਼ਗਾਰ ਓਨਟਾਰੀਓ, ਕਿਊਬੈਕ, ਪ੍ਰਿੰਸ ਐਡਵਰਡ ਆਈਲੈਂਡ, ਨਿਊਫਾਊਂਡਲੈਂਡ ਅਤੇ ਲੈਬਰਾਡੋਰ, ਸਸਕੈਚਨ ਅਤੇ ਮੈਨੀਟੋਬਾ ਵਿੱਚ ਮਿਲੇ ਨੇ। ਭਾਰਤੀਆਂ ਵੱਲੋਂ ਓਨਟਾਰੀਓ ਅਤੇ ਬ੍ਰਿਟਿਸ਼ ਕੋਲੰਬੀਆ ਰਾਜਾਂ ਨੂੰ ਤਵੱਜੋ ਦਿੱਤੀ ਜਾਂਦੀ ਹੈ। ਕੀ ਤੁਸੀਂ ਨੌਕਰੀ ਦੇ ਲਈ ਵਿਦੇਸ਼ ਜਾਣਾ ਚਾਹੁੰਦੇ ਹੋ? ਜੇ ਹਾਂ ਤਾਂ ਤੁਹਾਨੂੰ ਕੈਨੇਡਾ ਵਿੱਚ ਇਹ ਮੌਕਾ ਮਿਲ ਸਕਦਾ ਹੈ। ਦਰਅਸਲ ਕੈਨੇਡਾ 'ਚ 14.5 ਲੱਖ ਵਿਦੇਸ਼ੀ ਲੋਕਾਂ ਨੂੰ ਨੌਕਰੀਆਂ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ। ਅਗਲੇ 3 ਸਾਲਾਂ ਵਿੱਚ ਬਹੁਤ ਸਾਰੀਆਂ ਨੌਕਰੀਆਂ ਦਿੱਤੀਆਂ ਜਾਣਗੀਆਂ। ਕੁਝ ਸਮਾਂ ਪਹਿਲਾਂ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਫਰੇਜ਼ਰ ਨੇ ਕਿਹਾ ਸੀਗਾ ਕਿ ਇੱਕ ਬਿਆਨ ਦਿੱਤਾ ਸੀ, ਜਿਸ ਵਿੱਚ ਉਹਨਾਂ ਨੇ ਕਿਹਾ ਕਿ ਕੈਨੇਡਾ ਵਿੱਚ ਲੇਬਰ ਫੋਰਸ ਦੀ ਕਮੀ ਹੈ, ਜਿਸ ਕਾਰਨ ਆਰਥਿਕਤਾ ਨੂੰ ਨੁਕਸਾਨ ਹੋਇਆ ਹੈ। ਇਸ ਨੁਕਸਾਨ ਦੀ ਭਰਪਾਈ ਲਈ ਉੱਥੇ ਲੱਖਾਂ ਲੋਕਾਂ ਦੀ ਜ਼ਰੂਰਤ ਪਏਗੀ। ਕੈਨੇਡਾ ਵਿੱਚ ਲੱਖਾਂ ਨਵੀਆਂ ਭਰਤੀਆਂ ਨਾਲ ਆਪਣੀ ਕਿਰਤ ਸ਼ਕਤੀ ਦੀਆਂ ਲੋੜਾਂ ਨੂੰ ਪੂਰਾ ਕਰਨਾ ਚਾਹੁੰਦਾ ਹੈ। ਇਸ ਲਈ ਕੈਨੇਡਾ ਨੇ ਇਮੀਗ੍ਰੇਸ਼ਨ ਲੈਵਲ ਪਲਾਨ 2023-25 ਤਿਆਰ ਕੀਤਾ। ਇਸ ਯੋਜਨਾ ਰਾਹੀਂ ਅਗਲੇ 3 ਸਾਲਾਂ ਵਿੱਚ ਦੇਸ਼ 'ਚ 14.5 ਲੱਖ ਵਿਦੇਸ਼ੀਆਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ। ਇੱਕ ਰਿਪੋਰਟ ਦੇ ਮੁਤਾਬਕ 3 ਅਜਿਹੇ ਕਾਰਨ ਨੇ ਜਿਨ੍ਹਾਂ ਕਾਰਨ ਕੈਨੇਡਾ ਵਿੱਚ ਲੇਬਰ ਫੋਰਸ ਦੀ ਕਮੀ ਆਈ ਹੈ। ਇਹਨਾਂ ਵਿੱਚ ਕੋਵਿਡ ਕਾਰਨ ਕੰਮ ਛੱਡਣ ਵਾਲੇ ਲੋਕ, ਦੇਸ਼ ਵਿੱਚ ਫਰਟੀਲਿਟੀ ਰੇਟਸ ਵਿੱਚ ਗਿਰਾਵਟ ਅਤੇ ਆਬਾਦੀ ਦਾ ਬਜ਼ੁਰਗ ਹੋਣਾ ਸ਼ਾਮਲ ਨੇ। ਇਸ ਦੌਰਾਨ 11.2% ਹਸਪੀਟਲ ਸਟਾਫ ਅਤੇ ਨਰਸਾਂ ਕੋਵਿਡ ਨਾਲ ਪੋਜ਼ਿਟਿਵ ਹੋਈਆਂ ਔਰ ਇਸ ਕਾਰਨ ਉੱਥੇ ਇਸ ਸੈਕਟਰ ਵਿੱਚ ਮੁਲਾਜ਼ਮਾਂ ਦੀ ਗਿਣਤੀ ਘਟ ਗਈ। ਇਸ ਕਾਰਨ ਹਾਲਾਤ ਇੰਨੇ ਵਿਗੜ ਗਏ ਕਿ ਕਈ ਹਸਪੀਟਲਸ ਦੇ ਐਮਰਜੈਂਸੀ ਵਾਰਡ ਵੀ ਬੰਦ ਕਰਨੇ ਪਏ। ਇਕੱਲੇ 2022 ਵਿੱਚ ਮਾਰਚ ਤੋਂ ਹੁਣ ਤੱਕ ਕੈਨੇਡਾ 'ਚ 2 ਲੱਖ ਲੋਕ ਆਪਣੀਆਂ ਨੌਕਰੀਆਂ ਛੱਡ ਚੁੱਕੇ ਨੇ, ਜੋ ਅੰਕੜੇ ਦੱਸਦੇ ਨੇ। ਭਾਰਤ ਵਾਂਗ ਮਹਾਮਾਰੀ ਦੌਰਾਨ ਕੁਝ ਲੋਕਾਂ ਨੇ ਕੈਨੇਡਾ ਵਿੱਚ ਆਪਣੀਆਂ ਨੌਕਰੀਆਂ ਗਵਾ ਦਿੱਤੀਆਂ। ਇਸ ਦੇ ਨਾਲ ਹੀ ਇਸ ਸਾਲ ਜੁਲਾਈ ਵਿੱਚ 30,000 ਅਤੇ ਜੂਨ ਵਿੱਚ 43,000 ਲੋਕਾਂ ਨੇ ਕਈ ਸੈਕਟਰਾਂ 'ਚ ਨੌਕਰੀ ਛੱਡੀ। ਇਨ੍ਹਾਂ ਖੇਤਰਾਂ ਵਿੱਚ ਸਿੱਖਿਆ, ਸਿਹਤ ਸੰਭਾਲ ਅਤੇ ਸਮਾਜਿਕ ਸੇਵਾਵਾਂ ਸ਼ਾਮਲ ਨੇ। ਪਿਛਲੇ ਸਾਲ 1 ਸਾਲ ਵਿੱਚ ਹੀ ਕੈਨੇਡਾ ਦੀ ਅਰਥ ਵਿਵਸਥਾ ਨੂੰ ਮਜ਼ਦੂਰਾਂ ਦੀ ਘਾਟ ਕਾਰਨ ਭਾਰੀ ਨੁਕਸਾਨ ਹੋਇਆ। ਇਹ ਨੁਕਸਾਨ 1 ਲੱਖ ਕਰੋੜ ਰੁਪਏ ਤੋਂ ਵੱਧ ਹੋਣ ਦਾ ਅਨੁਮਾਨ ਹੈ। ਕੈਨੇਡਾ ਵਿੱਚ ਲੋਕ ਹੁਣ ਸਵੈ ਰੋਜ਼ਗਾਰ ਦੇ ਨਵੇਂ ਤਰੀਕੇ ਅਪਣਾ ਰਹੇ ਨੇ। ਇਸ ਨਾਲ ਉਹ ਹੁਣ ਨੌਕਰੀ ਤੇ ਨਿਰਭਰ ਨਹੀਂ ਰਹੇ। ਅਜਿਹਾ 'ਚ ਕੰਪਨੀਆਂ ਨੂੰ ਕਰਮਚਾਰੀਆਂ ਦੀ ਲੋੜ ਹੁੰਦੀ ਹੈ, ਜਿਸ ਕਾਰਨ ਉਹ ਵਿਦੇਸ਼ੀ ਲੋਕਾਂ ਦਾ ਰੁਖ ਕਰ ਰਹੀਆਂ ਨੇ। ਦਰਅਸਲ ਪੁਰਾਣੇ ਮੁਲਾਜ਼ਮ ਉੱਥੇ ਕੰਮ ਕਰਨ ਦੇ ਲਈ ਨਹੀਂ ਆ ਰਹੇ,
ਕੈਨੇਡਾ ਵਿੱਚ 2025 ਤੱਕ 60% ਪ੍ਰਵਾਸੀਆਂ ਨੂੰ ਆਰਥਿਕ ਪ੍ਰਵਾਸੀ ਸ਼੍ਰੇਣੀ ਵਿੱਚ ਦਾਖਲ ਕੀਤਾ ਜਾ ਸਕਦਾ ਹੈ। ਇਸ ਤੋਂ ਸਪਸ਼ਟ ਹੈ ਕਿ ਪ੍ਰਵਾਸੀਆਂ ਨੂੰ ਕੈਨੇਡਾ 'ਚ ਪੱਕੇ ਤੌਰ ਤੇ ਰਿਹਾਇਸ਼ ਕਾਰਡ ਵੀ ਦਿੱਤੇ ਜਾਣਗੇ। ਜਿਵੇਂ ਕਿ ਅਸੀਂ ਪਹਿਲਾਂ ਜ਼ਿਕਰ ਕੀਤਾ ਹੈ ਕਿ ਕੈਨੇਡਾ ਵਿੱਚ ਮਜ਼ਦੂਰਾਂ ਦੀ ਇੱਕ ਕਮੀ ਬਜ਼ੁਰਗ ਹੁੰਦੀ ਆਬਾਦੀ ਦੀ ਹੈ। ਇਸ ਨਾਲ ਹੀ ਫਰਟੀਲਿਟੀ ਰੇਟ ਵੀ ਲਗਾਤਾਰ ਗਿਰਾਵਟ ਦਾ ਇੱਕ ਕਾਰਨ ਨੇ। ਕੈਨੇਡਾ ਦੀ ਫਰਟੀਲਿਟੀ ਰੇਟ 1.4 ਬੱਚੇ ਪ੍ਰਤੀ ਮਹਿਲਾ ਹੈ। ਕੈਨੇਡਾ ਦੇ ਸਾਹਮਣੇ ਇੱਕ ਹੋਰ ਸਮੱਸਿਆ ਇਹ ਹੈ ਕਿ 2030 ਤੱਕ ਕੈਨੇਡਾ ਦੀ ਆਬਾਦੀ ਦਾ 1/4 ਹਿੱਸਾ यानी कि लगभग 9 मिलियन लोग सेवा मुक्त हो जाएंगे। इस नाल काम करने वाले लोगों की कमी हो जाएगी। चीन विच सख्त लॉकडाउन के सख्त पाबंदियों के बावजूद घट्टो घट्ट 1300 भारतीय विद्यार्थियों को चीनी वीज़ा मिले। तुहानूं दस दईए कि कोरोना वायरस कारण चीन विच सख्त तालाबंदी जारी है। कई शहर अजिहे ने जिथे कोविड तो बचण दे लई चीन की सरकार ने जीरो कोविड नीति के तहत सख्त नियम लागू किए हैं। चीनी यूनीवर्सिटीज़ भारतीय विद्यार्थियों को कोई इतराज़ नहीं सर्टिफिकेट देने दे विच देर कर रही हैं। इस बारे चीनी विदेश मंत्रालय के बुलारे लाओ जियान ने कहा है कि कोरोना के बावजूद चीन और भारत विचाले सरहद पार के प्रभाव में तरक्की हुई है। घट्टो घट्ट 1300 भारतीय विद्यार्थियों को चीन का वीज़ा मिले। भारतीय विद्यार्थियों को सलाह दी है कि वह सारियां अपनी यूनीवर्सिटीज़ के संपर्क में रहन ਅਤੇ वापस आने की योजना बनाउण। लिजियान ने अगे कहा है कि भारतीय विद्यार्थियों और चीनी यूनीवर्सिटीज़ विचकार गलबात चल रही है। असीं सिफारिश करते हैं कि भारतीय विद्यार्थी अपन यूनीवर्सिटीज़ के नाल संपर्क में रहन और अपन यूनीवर्सिटीज़ के प्रबंधों अनुसार कैंपस में वापसी की योजना बनाउण। चीन दी 40 यूनीवर्सिटीज़ ने चीनी वीज़ा के लिए अपलाई करने वाले भारतीय विद्यार्थियों को अजे तक NOC जारी नहीं किए हैं। इस साल हज़ारां भारतीय विद्यार्थियों के करियर ते असर पै रहा। इस दे नाल ही कई यूनीवर्सिटीज़ अजिहियां ने जो भारतीय विद्यार्थियों की बेनती का जवाब भी नहीं दे रही। यूनीवर्सिटीज़ के मुताबक उन्हों की सूबाई सरकार उन्होंने भारतीय विद्यार्थियों को NOC जारी करने तो रोक रही है। एक सवाल के जवाब में कि दूजे देशों के विद्यार्थियों को समान दस्तावेज जारी करने की कोई समा सीमा है, तो लीजियान कहते हैं मैं तुहानूं दस सकदा हां कि चीनी सरकार विदेशी विद्यार्थियों को चीन में पढ़ाई मुड़ शुरू करन दे लई कह रही है। असीं तुहाडा स्वागत करते हैं और सरकार ने उन्हां विद्यार्थियों को संभव सहायता प्रदान की है जिन्होंने इसकी लोड़ है। विदेशी विद्यार्थी जो चीन में डिग्री प्राप्त करना चाहते हैं विदेशों में चीनी दूतावासां से कौंसलेटां में वीज़ा के लिए अर्जी दे सकते हैं। उन्होंने कहा कि 24 अगस्त तो अध्ययन करने के लिए प्रमाणित रिहाइश परमिट रखने वाले विदेशी सीधे उस परमिट नाल चीन में दाखिल हो सकते हैं। भारत ने चीन ਨੂੰ ਉਸਦੇ ਮੈਡੀਕਲ ਕਾਲਜਾਂ ਵਿੱਚ ਪੜ੍ਹ ਰਹੇ ਭਾਰਤੀ ਵਿਦਿਆਰਥੀਆਂ ਦੇ ਲਈ ਆਪਣੇ ਦੇਸ਼ ਵਿੱਚ ਕੰਮ ਕਰਨ ਦੀ ਆਗਿਆ ਲੈਣ ਸੰਬੰਧੀ ਨੈਸ਼ਨਲ ਮੈਡੀਕਲ ਕਮਿਸ਼ਨ ਵੱਲੋਂ ਹਾਲ ਹੀ ਵਿੱਚ ਜਾਰੀ ਕੀਤੇ ਸਖਤ ਨਿਯਮਾਂ ਤੋਂ ਜਾਣੂ ਕਰਵਾਇਆ। ਭਾਰਤ ਨੇ ਚੀਨੀ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣ ਦੇ ਲਈ ਕਿਹਾ ਕਿ ਵਿਦਿਆਰਥੀ ਨਵੇਂ ਨਿਯਮ ਦੀ ਪਾਲਣਾ ਕਰਨ ਦੇ ਯੋਗ ਹੋਣ। बीजिंग ਵਿੱਚ ਭਾਰਤੀ ਦੂਤਘਰ ਦੇ ਸਤੰਬਰ 'ਚ ਚੀਨ 'ਚ ਡਾਕਟਰੀ ਦੀ ਪੜ੍ਹਾਈ ਕਰਨ ਦੇ ਚਾਹਵਾਨ ਸੰਭਾਵੀ ਭਾਰਤੀ ਵਿਦਿਆਰਥੀਆਂ ਦੇ ਲਈ विस्तृत दिशा निर्देश जारी किए सन, जिस विच घट प्रतिशत नाल पास पंटुगुआ भाषा सीखण की जरूरत और भारत में अभ्यास करने के लिए सख्त नियम प्रति सावधान दिता गया। और अधिकारित अनुमानों के अनुसार इस समय चीनी यूनीवर्सिटीज़ के 23,000 तो वध भारतीय विद्यार्थी रजिस्टर्ड ने। उन्हां विचों ज़्यादातर डॉक्टरी की ही पढ़ाई कर रहे हैं। चीन ने हाल ही विच कोविड संबंधित वीज़ा पाबंदियां के 2 सालों तो वध समय तो बाद वापसी वाले विद्यार्थियों के लिए वीज़ा जारी करना शुरू किया है। भरोसेयोग सूत्रों के अनुसार 350 तो वध भारतीय विद्यार्थी भारत तो चीन में अपने कॉलेजों में पढ़ने के लिए परते ने। उन्हां विचों बहुतिआं नूं वापस आउण दे लई संघर्ष करना पिया क्योंकि ਇੱਥੇ कोई सिद्धियां उड़ाणा नहीं हैं ਅਤੇ ਦੋਵਾਂ देश ਵੱਖ-ਵੱਖ ਪਾਬੰਦੀਆਂ ਦੇ मद्देनज़र बीजिंग ਵਿੱਚ सीमित उड़ान सहूलतां बारे गलबात कर रहे हैं। इस दौरान चीन के मैडिकल कॉलेजों ने भारत और होर देशों के नवे विद्यार्थियों को दाखिला देने की प्रक्रिया शुरू कर दी है। अमरीकी मध्यकाली चोणां तो पहलां एक इकट्ठ विच वोटरां नूं संबोधित करते हुए डेमोक्रेटिक पार्टी के नेता और साबका अमेरिकी राष्ट्रपति बराक ओबामा ने चेतावनी दी है कि देश विच गर्भपात के अधिकार, समाजिक सुरक्षा और इत्थों तक कि लोकतंत्र भी खतरे च है। इन्हां नूं बचाउण दे लई वड्डियां सियासी रुकावटां नूं पार करना पएगा। अजिहे च गुस्से च आके भज्जणा कोई विकल्प नहीं है। और उन्होंने कहा कि आओ यकीन करिए कि देश 50 साल पिछे ना चलिया जाए। राष्ट्रपति जो बाइडन ने इन्हां चोणां दे लई फिलाडेल्फिया दे विच साबका राष्ट्रपति बराक ओबामा नाल मंच साझा किया। जो बाइडन के अहुदा संभालण तो बाद पहली बार इकट्ठे प्रचार कर रहे हैं दोवें जाने। और साबका राष्ट्रपति बिल क्लिंटन जो आम तौर पर न्यूयॉर्क में सियासी मंच तो दूर रहिंदे ने भी पार्टी के बचाव के लिए सामने आए हैं।
उत्तरी कोरिया ने दक्षिणी कोरिया ते अमेरिका खिलाफ वड्डा कदम चुकण की धमकी दी है। उत्तरी कोरिया फौज ने सोमवार को कहा है कि दक्षिणी कोरिया ते अमेरिका के सांझे फौजी अभ्यास का सख्त जवाब दिता जाएगा। अमेरिका विच इस हफ्ते होण वालियां मध्यकाली चोणां तो पहलां उत्तरी कोरिया परमाणु परीक्षण कर सकता है। कोरियन सेंट्रल न्यूज़ एजेंसी की रिपोर्ट मुताबक उत्तरी कोरिया की फौज के जनरल स्टाफ ने कहा है कि पिछले हफ्ते दक्षिणी कोरिया ते अमेरिका ने 4 दिन फौजी अभ्यास किया। इसके जवाब विच उत्तरी कोरिया ने 80 किलोमीटर तक मार करन वालियां 2 रणनीतिक मिसाइलों का परीक्षण किया है। केपीए ने कहा फौजी अभ्यासों के संबंध में केपीए द्वारा कीतियां गईयां ताज़ा कार्रवाइयां इस गल का स्पष्ट संकेत ने कि उत्तरी कोरिया वालों लगातार की जा रही भड़काऊ फौजी गतिविधियों का केपीए जोरदार जवाब देगा। केपीए ने दक्षिणी कोरिया और अमेरिका के फौजी अभ्यास की निंदा भी की है। अल्बर्टा च नवी बनी सरकार विच पंजाबी लड़की राजन सानी नूं इमीग्रेशन ते मल्टीकल्चरलिज्म दा मंत्री बनाउण नाल पंजाबी लोकां च काफ़ी खुशी दा माहौल है। और बीबी राजन सानी जलंधर जिले के बडाला पिंड जो कि स्वर्गीय सरदार हरकृष्ण सिंह सरजीत के पिंड की जंपल है तो वह अपने माता पिता नाल काफ़ी समय तो कनेडा के अल्बर्टा च रह के सियासत नाल जुड़े हुए हैं। जिक्रयोग है कि अल्बर्टा के मुख मंत्री की दौड़ च भी सन पर इस विच वो कुछ पिछे रह गए तो डैनियल स्मिथ मुख मंत्री अहुदे के दावेदार हो गए। इस समय बलदेव सिंह गरेवाल ने दस्सिया है कि बीबी राजन सानी कोल महत्वपूर्ण अहुदे ने ते खास करके इमीग्रेशन महकमा होने करके आम लोगों को आउंदियां दिक्कतां नूं हुण इन्हां दे सहयोग नाल दूर किया जा सकता है। इत्थे मुख मंत्री डैनियल स्मिथ ने दविंदर सिंह टूर नूं पार्लीमेंट सकत्तर दा अहुदा दे के पंजाबियों नूं अपनी सरकार च बनदा मान सत्कार दिता है। पिछली सरकार जिसके मुख मंत्री जय एंड संस कैनी तो लगातार मांग की जा रही सी कि वो अपने मंत्री मंडल दे विच पंजाबी एमएलए नूं कोई योग अहुदा देण तां जो पंजाबियों नूं बनदा मान मिल सके। तुसीं बहुत सारियां वड्डियां इमारतां देखियां होणगियां जिन्हां 'च तुहानूं हर सुख मिल जाएगा, पर तुहानूं यही जही इमारत बारे दस्सण जा रहे हैं जिस विच पूरा शहर वसिया होया है। ये इमारत अमेरिका के उत्तरी राज अलास्का च स्थित है जिसका नाम वाइटियर है। वाइटियर नूं वर्टिकल टाउन वजों भी जाणिया जाता है। एक अजिही इमारत है जिथे तुहानूं हर एक चीज़ मिल जाएगी जिवें किसी शहर विच हर चीज़ मिल जाती है, मसलन स्कूल, शॉपिंग मॉल, पुलिस स्टेशन जां फिर स्टेडियम। इस इमारत च रहने वाले लोगों को किसी भी चीज़ लई किते जाण दी लोड़ ही नहीं है। वर्टिकल टाउन पूरी तरह पहाड़ी नाल घिरिया होया है। पहला इस जगह नूं अमेरिकी सैनिकों वालों एक स्टॉप वजों वरतिया जांदा सी जिथे सैनिक रुक के अलास्का के अंदरूनी हिस्सों च जाण की तैयारी करते सी। साल 1948 च अमेरिकी फौज ने अपने सैनिकों के रुकण लई 2 इमारतां बनाईयां जिन्हां चों एक 1964 च आए भयानक भूचाल कारण नुकसानी गई। इस तो बाद इसनूं खाली करवा के दूजी इमारत इत्थों के आम नागरिकों को सौंप दी गई। ये इमारत 14 मंजिला उच्ची है जिस विच 2 और 3 बैडरूम के 150 कमरे बने हुए हैं। इस इमारत विच 214 तो वध लोग रहिंदे ने। प्रार्थना करन दे लई इमारत के बेसमेंट च एक चर्च भी बनाया गया। संयुक्त राष्ट्र महासभा ने बाल जिनसी शोषण, दुर्व्यवहार और हिंसा की रोकथाम और इलाज के लिए हर साल 18 नवंबर को विश्व दिवस वजों नामजद करने के लिए एक प्रस्ताव अपनाया। प्रस्ताव सारे मैंबर देशों, संयुक्त राष्ट्र प्रणाली ਦੀਆਂ संबंधित संस्थावां ਅਤੇ होर अंतरराष्ट्रीय संस्थावां, विश्व नेतावां, विश्व व्यापी अदाकारां, सिविल सोसाइटी ਅਤੇ होर संबंधित हिस्सेदारां ਨੂੰ हर साल इस विश्व दिवस ਨੂੰ ਮਨਾਉਣ ਦੇ ਤਰੀਕੇ ਨਾਲ ਸੱਦਾ ਦਿੰਦਾ ਹੈ जिस ਨੂੰ ਉਹ ਇਸ ਦੇ ਲਈ ਸਭ ਤੋਂ ਉਚਿਤ ਮੰਨਦੇ ਹੋਣ। ਇਹ ਬਾਲ ਜਿਨਸੀ ਸ਼ੋਸ਼ਣ ਤੋਂ ਪ੍ਰਭਾਵਿਤ ਲੋਕਾਂ ਬਾਰੇ ਜਨਤਕ ਜਾਗਰੂਕਤਾ ਵਧਾਉਣ ਅਤੇ ਬਾਲ ਜਿਨਸੀ ਸ਼ੋਸ਼ਣ, ਦੁਰਵਿਵਹਾਰ ਅਤੇ ਹਿੰਸਾ ਨੂੰ ਰੋਕਣ ਅਤੇ ਖਤਮ ਕਰਨ ਦੀ ਲੋੜ ਅਤੇ ਦੋਸ਼ੀਆਂ ਨੂੰ ਜਵਾਬਦੇਹ ਠਹਿਰਾਉਣ ਦੀ ਜ਼ਰੂਰਤ ਨੂੰ ਉਤਸ਼ਾਹਿਤ ਕਰਦਾ ਹੈ। ਬੱਚੇ ਅਤੇ ਪੀੜਤਾਂ ਦੀਆਂ ਨਿਆਂ ਅਤੇ ਇਲਾਜ ਤੱਕ ਪਹੁੰਚ ਨੂੰ ਯਕੀਨੀ ਬਣਾਉਣਾ, ਨਾਲ ਹੀ ਉਹਨਾਂ ਦੇ ਕਲੰਕ ਨੂੰ ਰੋਕਣ ਅਤੇ ਖਤਮ ਕਰਨ, ਉਹਨਾਂ ਦੇ ਇਲਾਜ ਨੂੰ ਉਤਸ਼ਾਹਿਤ ਕਰਨ, ਉਹਨਾਂ ਦੇ ਮਾਣ ਦੀ ਪੁਸ਼ਟੀ ਕਰਨ ਅਤੇ ਉਹਨਾਂ ਦੇ ਅਧਿਕਾਰਾਂ ਦੀ ਰੱਖਿਆ ਕਰਨ ਦੀ ਜ਼ਰੂਰਤ ਤੇ ਖੁੱਲ੍ਹੀ ਚਰਚਾ ਦੀ ਸਹੂਲਤ ਦੇਣਾ ਹੈ। क्रेमलिन ने सोमवार को वॉल स्ट्रीट जर्नल की एक रिपोर्ट से टिप्पणी करने तो इनकार कर दिता है कि एक अमरीकी अधिकारी ने रूस यूक्रेन युद्ध और इसनूं वधण तो रोकण दे लई चोटी दी रूसी अधिकारियों नाल गुप्त तौर पर गलबात की सी। वॉल स्ट्रीट जर्नल की रिपोर्ट के मुताबक अमेरिका के राष्ट्रीय सुरक्षा सलाहकार जैक सुलिबान ने रूसी राष्ट्रपति व्लादिमीर पुतिन के सहयोगियों नाल गलबात की है। यूक्रेन में युद्ध के वधण ਅਤੇ परमाणु हथियारों ਵੱਲ जाण के जोखम ਨੂੰ घटाउण ਦੇ ਲਈ क्रेमलिन के बुलारे दमित्री ने मीडिया को कहा है कि असी इस रिपोर्ट बारे कुछ नहीं कहांगे। उन्होंने कहा, मैं एक बार फिर दोहराउंदा हाँ कि कुछ रिपोर्टों में सच्चाई है पर ज़्यादातर खबरां केवल अटकलां ने। उन्होंने पत्रकारों को व्हाइट हाउस या प्रकाशन नाल संपर्क करने के लिए कहा।
ਉਹਨਾਂ ਨੇ ਕਿਹਾ ਕਿ ਹਮੇਸ਼ਾ ਗੱਲਬਾਤ ਦੇ ਲਈ ਤਿਆਰ ਰਹਿੰਦਾ ਹਾਂ, ਪਰ ਕੀਵ ਵੱਲੋਂ ਰੂਸ ਨਾਲ ਗੱਲਬਾਤ ਕਰਨ ਤੋਂ ਇਨਕਾਰ ਕਰਨ ਕਾਰਨ ਅਸੀਂ ਗੱਲਬਾਤ ਕਰਨ ਤੋਂ ਅਸਮਰੱਥ ਹਾਂ। ਦਮਿਤਰੀ ਪੇਸਕੋਵ ਨੇ ਕਿਹਾ ਹੈ ਕਿ ਹਾਲ ਹੀ ਦੇ ਮਹੀਨਿਆਂ ਵਿੱਚ ਅਮਰੀਕਾ ਅਤੇ ਰੂਸੀ ਅਧਿਕਾਰੀਆਂ ਵਿਚਕਾਰ ਕੁਝ ਉੱਚ ਪੱਧਰੀ ਗੱਲਬਾਤ ਨੂੰ ਜਨਤਕ ਕੀਤਾ ਗਿਆ, ਕਿਉਂਕਿ ਵਾਸ਼ਿੰਗਟਨ ਜ਼ੋਰ ਦੇ ਰਿਹਾ ਹੈ ਕਿ ਯੂਕਰੇਨ ਵਿੱਚ ਜੰਗ ਨੂੰ ਖਤਮ ਕਰਨ ਦੇ ਲਈ ਮਾਸਕੋ ਤੇ ਕੀਵ ਵਿਚਕਾਰ ਗੱਲਬਾਤ ਹੋਣੀ ਚਾਹੀਦੀ ਹੈ। ਜ਼ਿਕਰਯੋਗ ਹੈ ਕਿ ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਸ਼ੁੱਕਰਵਾਰ ਨੂੰ ਕੀਵ ਦੇ ਦੌਰੇ ਤੇ ਗਏ। ਉਹਨਾਂ ਨੇ ਯੂਕਰੇਨ ਨੂੰ ਅਮਰੀਕੀ ਸਮਰਥਨ ਦੇਣ ਦੇ ਲਈ ਦ੍ਰਿੜ ਅਤੇ ਮਜ਼ਬੂਤ ਇਰਾਦਾ ਜ਼ਾਹਿਰ ਕੀਤਾ। ਇਸ ਦੌਰਾਨ ਵਾਲ ਸਟਰੀਟ ਜਰਨਲ ਨੇ ਆਪਣੀ ਰਿਪੋਰਟ ਵਿੱਚ ਦੱਸਿਆ ਕਿ ਅਮਰੀਕੀ ਅਧਿਕਾਰੀਆਂ ਨੇ ਜੰਗ ਨੂੰ ਅੱਗੇ ਵਧਣ ਤੋਂ ਰੋਕਣ ਦੇ ਲਈ ਰੂਸੀ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਸੀ। ਹਾਲਾਂਕਿ ਗੱਲਬਾਤ ਪਹਿਲਾਂ ਤੋਂ ਤੈਅ ਨਹੀਂ ਸੀ ਅਤੇ ਗੱਲਬਾਤ ਗੁਪਤ ਤਰੀਕੇ ਨਾਲ ਹੋਈ ਸੀ। ਕੈਨੇਡਾ 'ਚ ਮਿਸੀਸਾਗਾ ਲੋਕਸ਼ੋਰ ਹਲਕੇ ਦੇ ਲਈ ਦਸੰਬਰ ਮਹੀਨੇ ਵਿੱਚ ਜ਼ਿਮਨੀ ਚੋਣ ਹੋਵੇਗੀ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਦਾ ਐਲਾਨ ਕਰਦਿਆਂ ਕਿਹਾ ਹੈ ਕਿ ਇਸ ਹਲਕੇ ਵਾਸਤੇ MP ਦੀ ਚੋਣ ਦੇ ਲਈ 12 ਦਸੰਬਰ ਨੂੰ VOTING ਕਰਵਾਈ ਜਾਏਗੀ। ਇਸ ਜ਼ਿਮਨੀ ਚੋਣ ਦੇ ਲਈ ਲਗਭਗ ਸਾਰੀਆਂ ਪਾਰਟੀਆਂ ਨੇ ਆਪਣੇ ਉਮੀਦਵਾਰਾਂ ਦੇ ਨਾਮਾਂ ਦਾ ਐਲਾਨ ਕਰ ਦਿੱਤਾ ਹੈ। ਪਾਕਿਸਤਾਨ 'ਚ ਭਾਰਤੀ ਹਾਈ ਕਮਿਸ਼ਨ ਦੇ ਅਧਿਕਾਰੀਆਂ ਦੀ ਇੱਕ ਟੀਮ ਨੇ ਸੋਮਵਾਰ ਨੂੰ ਇੱਥੇ ਆਉਣ ਵਾਲੇ ਭਾਰਤੀ ਸਿੱਖ ਤੀਰਥ ਯਾਤਰੀਆਂ ਦੇ ਨੇਤਾਵਾਂ ਨਾਲ ਮੁਲਾਕਾਤ ਕਰਕੇ ਉਹਨਾਂ ਦੀ ਸੁਰੱਖਿਆ ਅਤੇ ਇਸ ਦੇਸ਼ ਦੇ ਵੱਖ-ਵੱਖ ਗੁਰਦੁਆਰਾ ਸਾਹਿਬਾਨਾਂ ਵਿੱਚ ਉਹਨਾਂ ਦੀ ਯਾਤਰਾ ਦੇ ਲਈ ਸਹੂਲਤ ਦੀ ਸਥਿਤੀ ਦਾ ਜਾਇਜ਼ਾ ਲਿਆ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਜਸ਼ਨਾਂ ਵਿੱਚ ਹਿੱਸਾ ਲੈਣ ਲਈ ਸਖਤ ਸੁਰੱਖਿਆ ਦਰਮਿਆਨ ਭਾਰਤ ਤੋਂ 2500 ਤੋਂ ਜ਼ਿਆਦਾ ਸਿੱਖ ਐਤਵਾਰ ਨੂੰ ਪਾਕਿਸਤਾਨ ਪਹੁੰਚੇ ਸਨ ਤੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਵੱਲੋਂ ਇੱਕ ਹਫ਼ਤਾ ਪਹਿਲਾਂ ਇਸਲਾਮਾਬਾਦ ਕੂਚ ਦੇ ਸੱਦੇ ਤੋਂ ਬਾਅਦ ਪਾਕਿਸਤਾਨ ਵਿੱਚ ਕਾਨੂੰਨ ਵਿਵਸਥਾ ਚੁਣੌਤੀਪੂਰਨ ਬਣੀ ਹੋਈ ਹੈ। ਪੰਜਾਬ ਸੂਬੇ 'ਚ ਪਿਛਲੇ ਹਫ਼ਤੇ ਇਮਰਾਨ ਖਾਨ ਤੇ ਹੋਏ ਜਾਨਲੇਵਾ ਹਮਲੇ ਤੋਂ ਬਾਅਦ ਵਿਗੜੇ ਹੋਏ ਹਾਲਾਤਾਂ ਵਿੱਚ ਭਾਰਤੀ ਸਿੱਖ ਸ਼ਰਧਾਲੂਆਂ ਦਾ ਇਹ ਦੌਰਾ ਹੋ ਰਿਹਾ ਔਰ ਸ਼ਰਧਾਲੂ ਲਾਹੌਰ ਤੋਂ ਲਗਭਗ 80 ਕਿਲੋਮੀਟਰ ਦੂਰ ਨਨਕਾਣਾ ਸਾਹਿਬ ਵਿਖੇ ਗੁਰਦੁਆਰਾ ਜਨਮ ਅਸਥਾਨ ਵਿਖੇ ਹੋ ਰਹੇ ਜਸ਼ਨਾਂ 'ਚ ਸ਼ਾਮਲ ਹੋ ਰਹੇ ਨੇ। ਸਿੰਗਾਪੁਰ ਵਿੱਚ ਸਿੱਖਾਂ ਦੇ ਮੁੱਦੇ ਤੇ ਖੋਜ ਕਰਨ ਵਾਲੇ ਤੇ ਡਾਕੂਮੈਂਟਰੀ ਨਿਰਮਾਤਾ ਅਮਰਦੀਪ ਸਿੰਘ ਨੂੰ ਸਾਲ 2022 ਦੇ ਲਈ ਗੁਰੂ ਨਾਨਕ ਇੰਟਰਫੇਥ ਪੁਰਸਕਾਰ ਦੇ ਨਾਲ ਸਨਮਾਨਿਤ ਕੀਤਾ ਗਿਆ। ਉੱਤਰ ਪ੍ਰਦੇਸ਼ ਦੇ ਗੋਰਖਪੁਰ 'ਚ ਪੈਂਦੇ ਅਮਰਦੀਪ ਸਿੰਘ ਤੇ ਉਹਨਾਂ ਦੀ ਪਤਨੀ ਵਨਿੰਦਰ ਕੌਰ ਸਿੰਗਾਪੁਰ 'ਚ ਵਿਜ਼ੂਅਲ ਮੀਡੀਆ ਪ੍ਰੋਡਕਸ਼ਨ ਹਾਊਸ ਲੌਸਟ ਹੈਰੀਟੇਜ ਪ੍ਰੋਡਕਸ਼ਨਸ ਚਲਾ ਰਹੇ ਨੇ। ਨਿਊਯਾਰਕ ਦੀ ਹਾਫਸਟਰਾ ਯੂਨੀਵਰਸਿਟੀ ਵੱਲੋਂ ਦਿੱਤਾ ਜਾਂਦਾ $50,000 ਦਾ ਪੁਰਸਕਾਰ ਹਰ 2 ਸਾਲਾਂ ਬਾਅਦ ਦਿੱਤਾ ਜਾਂਦਾ ਹੈ। ਇਹ ਪੁਰਸਕਾਰ ਅੰਤਰ ਧਾਰਮਿਕ ਵਿਸ਼ਵਾਸ ਨੂੰ ਉਤਸ਼ਾਹਿਤ ਕਰਨ 'ਚ ਅਹਿਮ ਕਾਰਜਾਂ ਨੂੰ ਮਾਨਤਾ ਦਿੰਦਾ ਹੈ। ਨਿਊਯਾਰਕ ਦੇ ਬਰੁਕ ਵਿਲੇਜ ਈਸ਼ਰ ਬਿੰਦਰਾ ਪਰਿਵਾਰ ਵੱਲੋਂ 2006 'ਚ ਇਸ ਪੁਰਸਕਾਰ ਦੀ ਸਥਾਪਨਾ ਕੀਤੀ ਗਈ ਹੈ। ਅਮਰਦੀਪ ਦਾ ਪ੍ਰੋਡਕਸ਼ਨ ਹਾਊਸ ਭੁੱਲੀਆਂ ਵਿਸਰੀਆਂ ਵਿਰਾਸਤਾਂ ਦੇ ਖੋਜ ਤੇ ਰਿਕਾਰਡ ਤਿਆਰ ਕਰਨ ਤੇ ਕੇਂਦਰਿਤ ਹੈ। ਉਹਨਾਂ ਨੇ 2 ਪੁਸਤਕਾਂ ਲੌਸਟ ਹੈਰੀਟੇਜ ਦਾ ਸਿੱਖ ਲੈਗੇਸੀ ਇਨ ਪਾਕਿਸਤਾਨ ਤੇ ਦਾ ਕੁਐਸਟ ਕੰਟੀਨਿਊ ਲੌਸਟ ਹੈਰੀਟੇਜ ਦਾ ਸਿੱਖ ਲੈਗੇਸੀ ਇਨ ਪਾਕਿਸਤਾਨ ਲਿਖੀਆਂ ਨੇ। ਭਾਰਤੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਤੋਂ 2 ਦਿਨ ਰੂਸ ਦੇ ਦੌਰੇ ਤੇ ਨੇ ਔਰ ਉੱਥੇ ਉਹ ਰੂਸੀ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਅਤੇ ਡਿਪਟੀ ਪ੍ਰਧਾਨ ਮੰਤਰੀ ਡੈਨਿਸ ਮੰਟਰੂਵ ਨਾਲ ਮਿਲਣਗੇ। ਇਸ ਦੌਰਾਨ ਬੈਠਕ ਵਿੱਚ ਜੈਸ਼ੰਕਰ ਬਾਇਲੈਟਰਲ ਰਿਲੇਸ਼ਨ ਅਤੇ ਇੰਟਰਨੈਸ਼ਨਲ ਏਜੰਡੇ ਤੇ ਚਰਚਾ ਕਰ ਸਕਦੇ ਨੇ। ਜੈਸ਼ੰਕਰ ਰੂਸ ਦੇ ਰਾਸ਼ਟਰਪਤੀ ਪੁਤਿਨ ਵੱਲੋਂ ਕੀਤੀ ਗਈ ਭਾਰਤੀਆਂ ਦੀ ਪ੍ਰਸ਼ੰਸਾ ਤੋਂ ਬਾਅਦ ਯਾਤਰਾ ਕਰ ਰਹੇ ਨੇ। 9 ਦਿਨ ਪਹਿਲਾਂ ਪੁਤਿਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੱਚਾ ਦੇਸ਼ ਭਗਤ ਦੱਸਿਆ ਸੀ। ਪੁਲਿਸ ਨੇ ਕਿਹਾ ਹੈ ਕਿ ਮੋਦੀ ਦੀ ਅਗਵਾਈ ਵਿੱਚ ਭਾਰਤ ਨੇ ਵਿਕਾਸ 'ਚ ਜ਼ਬਰਦਸਤ ਸਫਲਤਾ ਹਾਸਲ ਕੀਤੀ ਹੈ। ਇਹ ਗੱਲਾਂ ਕਹੀਆਂ ਨੇ ਰੂਸ ਦੇ ਰਾਸ਼ਟਰਪਤੀ ਨੇ। ਪੁਤਿਨ ਨੇ ਇਹ ਸਾਰੀ ਗੱਲਾਂ ਮਾਸਕੋ ਵਿੱਚ ਵਾਲਡਾਈ ਡਿਸਕਸ਼ਨ ਕਲੱਬ ਦੀ 19ਵੀਂ ਐਨੂਅਲ ਮੀਟਿੰਗ 'ਚ ਕਹੀਆਂ। ਉਹਨਾਂ ਨੇ ਕਿਹਾ ਕਿ ਭਾਰਤ ਦਾ ਫਿਊਚਰ ਗ੍ਰੇਟ ਹੈ। ਮੇਕ ਇਨ ਇੰਡੀਆ ਦਾ ਉਹਨਾਂ ਦਾ ਵਿਚਾਰ ਇਕਨੋਮਿਕਸ ਅਤੇ ਐਥਿਕਸ ਦੋਵਾਂ ਵਿੱਚ ਮਾਇਨੇ ਰੱਖਦਾ ਹੈ। ਪੁਤਿਨ ਨੇ ਕਿਹਾ ਕਿ ਫਿਊਚਰ ਭਾਰਤ ਦਾ ਹੈ ਕਿਉਂਕਿ ਇੱਥੇ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹੈ। ਇਹ ਹਰ ਭਾਰਤੀ ਲਈ ਮਾਣ ਵਾਲੀ ਗੱਲ ਹੈ। ਉਹਨਾਂ ਨੇ ਕਿਹਾ ਕਿ ਮੋਦੀ ਇੱਕ ਆਈਸ ਬ੍ਰੇਕਰ ਦੀ ਤਰ੍ਹਾਂ ਨੇ। ਉਹ ਆਪਣੇ ਲੋਕਾਂ ਦੇ ਹਿੱਤਾਂ ਦੀ ਰੱਖਿਆ ਕਰਨਾ ਚੰਗੀ ਤਰ੍ਹਾਂ ਜਾਣਦੇ ਨੇ। ਪ੍ਰਧਾਨ ਮੰਤਰੀ ਮੋਦੀ ਉਹਨਾਂ ਲੋਕਾਂ ਵਿੱਚੋਂ ਨੇ ਜੋ ਇੰਡੀਪੈਂਡੈਂਟ ਫੋਰਨ ਪਾਲਿਸੀ ਨੂੰ ਲਾਗੂ ਕਰਨ ਵਿੱਚ ਮਾਹਿਰ ਨੇ। ORD ਦੇ ਸਰਵੇ ਦੇ ਵਿੱਚ ਕਿਹਾ ਗਿਆ ਹੈ ਕਿ ਜ਼ਿਆਦਾਤਰ ਭਾਰਤੀ ਨੌਜਵਾਨ ਮੰਨਦੇ ਨੇ ਕਿ 1947 ਵਿੱਚ ਦੇਸ਼ ਨੂੰ ਆਜ਼ਾਦੀ ਮਿਲਣ ਤੋਂ ਬਾਅਦ ਰੂਸ ਭਾਰਤ ਦਾ ਭਰੋਸੇਯੋਗ ਪਾਰਟਨਰ ਹੈ। ਇਸ ਵਿੱਚ ਜਿੱਥੇ ਕਈ ਦੇਸ਼ ਰੂਸ ਵੱਲ ਹਨ ਤੇ ਕਈ ਯੂਕਰੇਨ ਦੀ ਮਦਦ ਕਰ ਰਹੇ ਨੇ, ਪਰ ਭਾਰਤ ਅਜੇ ਵੀ ਨਿਊਟਰਲ ਬਣਿਆ ਹੋਇਆ। ਭਾਰਤ ਲਗਾਤਾਰ ਸ਼ਾਂਤੀ ਅਤੇ ਕੂਟਨੀਤੀ ਦੇ ਰਸਤੇ ਦੀ ਵਕਾਲਤ ਕਰ ਰਿਹਾ ਹੈ। ਯੂਕਰੇਨ ਦੇ ਰਾਸ਼ਟਰਪਤੀ ਵਲੋਦੀਮੀਰ ਜ਼ੈਲੈਂਸਕੀ ਨੇ ਐਤਵਾਰ ਨੂੰ ਊਰਜਾ, ਬੁਨਿਆਦੀ ਢਾਂਚੇ ਤੇ ਹੋਰ ਰੂਸੀ ਹਮਲਿਆਂ ਦੀ ਚੇਤਾਵਨੀ ਦਿੱਤੀ ਹੈ। ਵਲੋਦੀਮੀਰ ਜ਼ੈਲੈਂਸਕੀ ਦੁਆਰਾ ਹਮਲੇ ਦੇ ਡਰ ਦੇ ਵਿਚਕਾਰ ਕੀਵ ਦੇ ਮੇਅਰ ਨੇ ਵਸਨੀਕਾਂ ਨੂੰ ਜਿੰਨੀ ਜਲਦੀ ਹੋ ਸਕੇ ਅਸਥਾਈ ਤੌਰ ਤੇ ਕੀਵ ਛੱਡਣ ਦੇ ਲਈ ਤਿਆਰ ਰਹਿਣ ਦੀ ਅਪੀਲ ਕੀਤੀ ਹੈ। ਉਹਨਾਂ ਨੇ ਲੋਕਾਂ ਨੂੰ ਕਿਹਾ ਕਿ ਜੇਕਰ ਹਮਲੇ ਵਿੱਚ ਪਾਣੀ ਅਤੇ ਬਿਜਲੀ ਸਪਲਾਈ ਵਿੱਚ ਵਿਘਨ ਪੈਂਦਾ ਹੈ ਤਾਂ ਤੁਰੰਤ ਕੀਵ ਛੱਡਣ ਦੇ ਲਈ ਤਿਆਰ ਰਹਿਣ। ਯੂਕਰੇਨ ਦੇ ਰਾਸ਼ਟਰਪਤੀ ਜ਼ੈਲੈਂਸਕੀ ਨੇ ਆਪਣੇ ਸੰਦੇਸ਼ 'ਚ ਕਿਹਾ ਕਿ ਰੂਸ ਸਾਡੇ ਦੇਸ਼ 'ਚ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾ ਸਕਦਾ ਹੈ
ਅਤੇ ਊਰਜਾ ਦੇ ਬੁਨਿਆਦੀ ਢਾਂਚੇ ਤੇ ਸਭ ਤੋਂ ਪਹਿਲਾਂ ਹਮਲਾ ਹੋਣ ਦੀ ਸੰਭਾਵਨਾ ਹੈ। ਉਹਨਾਂ ਨੇ ਕਿਹਾ ਕਿ ਹਮਲੇ 'ਚ ਪਾਵਰ ਪਲਾਂਟ ਵੱਡੇ ਪੱਧਰ ਤੇ ਪ੍ਰਭਾਵਿਤ ਹੋਏ ਨੇ। ਜ਼ੈਲੈਂਸਕੀ ਅੱਗੇ ਕਹਿੰਦੇ ਨੇ ਕਿ ਦੇਸ਼ ਵਿੱਚ 4.5 ਮਿਲੀਅਨ ਤੋਂ ਵੱਧ ਲੋਕ ਪਹਿਲਾਂ ਹੀ ਬਿਜਲੀ ਤੋਂ ਬਿਨਾਂ ਰਹਿ ਰਹੇ ਨੇ। ਉਹਨਾਂ ਨੇ ਕਿਹਾ ਕਿ ਜੇਕਰ ਊਰਜਾ ਅਤੇ ਭੋਜਨ ਤੇ ਜੰਗ ਦਾ ਪ੍ਰਭਾਵ ਸਰਦੀਆਂ ਤੱਕ ਰਹਿੰਦਾ ਹੈ ਤਾਂ ਯੂਕਰੇਨ ਦੀ ਸਥਿਤੀ ਹੋਰ ਵਿਗੜ ਸਕਦੀ ਹੈ। ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੇਕ ਸੁਲੀਵਨ ਨੇ ਕਿਹਾ ਕਿ ਰੂਸੀ ਅਧਿਕਾਰੀਆਂ ਨਾਲ ਗੱਲਬਾਤ ਹੋਈ ਹੈ। ਹਾਲਾਂਕਿ ਗੱਲਬਾਤ ਪਹਿਲਾਂ ਤੋਂ ਤੈਅ ਨਹੀਂ ਸੀ। ਸੁਲੀਵਾਨ ਨੇ ਸ਼ੁੱਕਰਵਾਰ ਨੂੰ ਕੀਵ ਦਾ ਦੌਰਾ ਕੀਤਾ ਅਤੇ ਯੂਕਰੇਨ ਦਾ ਸਮਰਥਨ ਕਰਨ ਦੇ ਲਈ ਦ੍ਰਿੜ ਅਤੇ ਮਜ਼ਬੂਤ ਇਰਾਦੇ ਦਾ ਪ੍ਰਗਟਾਵਾ ਕੀਤਾ। ਯੂਕਰੇਨ ਦੇ ਰਾਸ਼ਟਰਪਤੀ ਦੇ ਸਲਾਹਕਾਰ ਨੇ ਪਹਿਲਾਂ ਕਿਹਾ ਸੀਗਾ ਕਿ ਪਾਵਰ ਪਲਾਂਟ ਤੇ ਰੂਸੀ ਹਮਲਿਆਂ ਦੇ ਬਾਵਜੂਦ ਅਸੀਂ ਆਪਣੀ ਸੁਰੱਖਿਆ ਦੇ ਲਈ ਖੜੇ ਹਾਂ। ਯੂਕਰੇਨ ਦੀ ਰਾਜਧਾਨੀ ਕੀਵ ਵਿੱਚ ਇੱਕ ਪ੍ਰਮੁੱਖ ਬਿਜਲੀ ਸਪਲਾਇਰ ਯਾਸੋਨੋ ਦੇ ਮੁੱਖ ਕਾਰਜਕਾਰੀ ਅਧਿਕਾਰੀ ਸਰਗੇਈ ਨੇ ਕਿਹਾ ਕਿ ਦੇਸ਼ ਨੂੰ ਸੋਮਵਾਰ ਨੂੰ ਬਿਜਲੀ ਸਪਲਾਈ ਵਿੱਚ ਅੰਦਾਜ਼ਨ 32% ਦੀ ਕਮੀ ਦਾ ਸਾਹਮਣਾ ਕਰਨਾ ਪਿਆ ਹੈ। ਇਸ ਦੇ ਨਾਲ ਹੀ ਕੀਵ ਦੇ ਮੇਅਰ ਨੇ ਲੋਕਾਂ ਨੂੰ ਕਿਹਾ ਕਿ ਤੁਸੀਂ ਆਪਣੇ ਪਰਿਵਾਰਾਂ ਅਤੇ ਦੋਸਤਾਂ ਦੇ ਨਾਲ ਸ਼ਹਿਰ ਤੋਂ ਬਾਹਰ ਕੁਝ ਸਮਾਂ ਬਿਤਾਓ। ਬਰਤਾਨੀਆ ਦੀ ਇੱਕ ਅਦਾਲਤ ਨੇ ਸੋਮਵਾਰ ਨੂੰ ਫੈਸਲਾ ਸੁਣਾਇਆ ਕਿ ਹਥਿਆਰਾਂ ਦੇ ਸੌਦਿਆਂ ਦੇ ਮੁਲਜ਼ਮ ਦਲਾਲ ਸੰਜੇ ਭੰਡਾਰੀ ਨੂੰ ਟੈਕਸ ਚੋਰੀ ਅਤੇ ਮਨੀ ਲਾਂਡਰਿੰਗ ਨਾਲ ਜੁੜੇ ਦੋਸ਼ਾਂ ਦਾ ਸਾਹਮਣਾ ਕਰਨ ਦੇ ਲਈ ਭਾਰਤ ਹਵਾਲੇ ਕੀਤਾ ਜਾ ਸਕਦਾ ਹੈ। ਹਾਲਾਂਕਿ ਇਸ ਮਾਮਲੇ ਵਿੱਚ ਅੰਤਿਮ ਫੈਸਲਾ ਬ੍ਰਿਟਿਸ਼ ਸਰਕਾਰ ਨੇ ਲੈਣਾ ਹੈ। ਭਾਰਤੀ ਅਧਿਕਾਰੀਆਂ ਨੇ ਭੰਡਾਰੀ ਦੀ ਹਵਾਲਗੀ ਲਈ 2 ਬੇਨਤੀਆਂ ਕੀਤੀਆਂ ਸਨ। ਪਹਿਲੀ ਬੇਨਤੀ ਮਨੀ ਲਾਂਡਰਿੰਗ ਨਾਲ ਸੰਬੰਧਿਤ ਸੀ, ਜਦਕਿ ਦੂਜੀ ਟੈਕਸ ਚੋਰੀ ਨਾਲ ਸੰਬੰਧਿਤ ਸੀ। ਤੁਹਾਨੂੰ ਦੱਸ ਦਈਏ ਕਿ ਜ਼ਿਲ੍ਹਾ ਜੱਜ ਮਾਈਕਲ ਸਨੋ ਨੇ ਇਸ ਸਾਲ ਦੇ ਸ਼ੁਰੂ ਵਿੱਚ ਲੰਡਨ ਦੀ ਵੈਸਟਮਿੰਸਟਰ ਮੈਜਿਸਟ੍ਰੇਟ ਅਦਾਲਤ ਵਿੱਚ ਕੇਸ ਦੀ ਸੁਣਵਾਈ ਕੀਤੀ। ਉਹਨਾਂ ਨੇ ਆਪਣੇ ਫੈਸਲੇ ਵਿੱਚ ਕਿਹਾ ਕਿ ਭੰਡਾਰੀ ਦੀ ਹਵਾਲਗੀ ਤੇ ਕੋਈ ਰੋਕ ਨਹੀਂ ਹੈ ਅਤੇ ਇਸ ਮਾਮਲੇ ਨੂੰ ਬਰਤਾਨਵੀ ਗ੍ਰਹਿ ਮੰਤਰੀ ਸੁਐਲਾ ਬ੍ਰੈਵਰਮੈਨ ਕੋਲ ਭੇਜਣ ਦਾ ਫੈਸਲਾ ਕੀਤਾ ਹੈ, ਜੋ ਅਦਾਲਤ ਦੇ ਫੈਸਲੇ ਦੇ ਆਧਾਰ ਤੇ ਹਵਾਲਗੀ ਦੇ ਆਦੇਸ਼ ਦੇਣ ਦੇ ਲਈ ਅਧਿਕਾਰਤ ਨੇ। ਅਦਾਲਤ ਨੇ ਇਹ ਹੁਕਮ ਭਾਰਤ ਸਰਕਾਰ ਵੱਲੋਂ ਦਿੱਤੇ ਭਰੋਸੇ ਦੇ ਆਧਾਰ ਤੇ ਦਿੱਤਾ ਹੈ ਕਿ ਮੁਕੱਦਮੇ ਦੀ ਸੁਣਵਾਈ ਦੌਰਾਨ ਭੰਡਾਰੀ ਨੂੰ ਸੰਬੰਧਿਤ ਸਿਹਤ ਸਹੂਲਤਾਂ ਦੇ ਨਾਲ ਨਵੀਂ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਇੱਕ ਵੱਖਰੇ ਸੈੱਲ 'ਚ ਰੱਖਿਆ ਜਾਏਗਾ। ਸਕਾਟਲੈਂਡ ਦੀ ਪ੍ਰਮੁੱਖ ਰੇਲ ਸੇਵਾ ਸਕਾਟਰੇਲ ਨੇ 7 ਮਹੀਨਿਆਂ ਤੋਂ ਵੀ ਘੱਟ ਸਮੇਂ 'ਚ 4 ਲੱਖ ਪਾਉਂਡ ਤੋਂ ਵੱਧ ਦੀ ਰਕਮ ਮੁਸਾਫਰਾਂ ਨੂੰ ਦੇਰੀ ਨਾਲ ਚੱਲਣ ਵਾਲੀਆਂ ਟ੍ਰੇਨਾਂ ਲਈ ਮੁਆਵਜ਼ੇ ਵਜੋਂ ਦਿੱਤੀ ਹੈ। ਇਹ ਵੱਡੀ ਰਕਮ 1 ਅਪ੍ਰੈਲ ਨੂੰ ਰੇਲ ਸੇਵਾ ਦੇ ਰਾਸ਼ਟਰੀਕਰਨ ਤੋਂ ਬਾਅਦ ਦਿੱਤੀ ਗਈ ਹੈ। ਸਕਾਟਰੇਲ ਉਹਨਾਂ ਯਾਤਰੀਆਂ ਨੂੰ ਰਿਫੰਡ ਕਰਦਾ ਹੈ ਜਿਨ੍ਹਾਂ ਦੀਆਂ ਰੇਲ ਗੱਡੀਆਂ ਘੱਟੋ-ਘੱਟ 30 ਮਿੰਟ ਰੁਕੀਆਂ ਜਾਂ ਲੇਟ ਰਹਿੰਦੀਆਂ ਨੇ ਅਤੇ ਜੋ ਫਿਰ ਆਪਣਾ ਅਗਲਾ ਰੇਲ ਕਨੈਕਸ਼ਨ ਗੁਆ ਬੈਠਦੇ ਨੇ। ਸਕਾਟਿਸ਼ ਲਿਬਡਮ MSP ਜ਼ਿਲ ਰੀਲੀ ਨੇ ਜਾਣਕਾਰੀ ਦਿੱਤੀ ਹੈ ਕਿ ਅਕਤੂਬਰ ਦੇ ਅੱਧ ਤੱਕ ਦਾ ਬਿੱਲ ਫਰੀडम ਆਫ ਇਨਫੋਰਮੇਸ਼ਨ ਦੇ ਕਾਨੂੰਨਾਂ ਤਹਿਤ ਦੇਖਿਆ ਗਿਆ ਹੈ ਅਤੇ ਹੋ ਸਕਦਾ ਹੈ ਕਿ ਹਜ਼ਾਰਾਂ ਹੋਰ ਵੀ ਹੋਣ ਜਿਨ੍ਹਾਂ ਨੇ ਦਾਅਵਾ ਨਹੀਂ ਕੀਤਾ। ਸਕਾਟਲੈਂਡ ਦੀ ਫਰਸਟ ਮਿਨਿਸਟਰ ਨਿਕੋਲਾ ਸਟਰਜਨ ਰੇਲ ਸੇਵਾਵਾਂ 'ਚ ਸੁਧਾਰ ਕਰਨ ਦੇ ਲਈ ਵਚਨਬੱਧ ਹੈ, ਪਰ ਤਨਖਾਹ ਵਿਵਾਦਾਂ ਦੇ ਵਿਚਕਾਰ ਮਈ ਤੋਂ ਉਹਨਾਂ ਨੂੰ ਹਫੜਾ ਦਫੜੀ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸੰਬੰਧੀ ਟਰਾਂਸਪੋਰਟ ਸਕਾਟਲੈਂਡ ਨੇ ਵੀ ਕਿਹਾ ਹੈ ਕਿ ਉਹ ਜਨਤਕ ਮਲਕੀਅਤ ਵਾਲੀ ਸਕਾਟਰੇਲ ਨੂੰ ਸਫਲ ਬਣਾਉਣ ਤੇ ਕੇਂਦਰਿਤ ਨੇ। ਇਨੀ ਦਿਨੀ ਦੇਸ਼ ਵਿੱਚ 에ਅਰਲਾਈਨਸ ਦੇ ਜਹਾਜ਼ਾਂ 'ਚ ਕੁਝ ਸਮੱਸਿਆ ਗੱਲ ਕਰ ਰਹੇ ਹਾਂ ਭਾਰਤ ਦੀ। ਕਈ ਵਾਰ ਤਕਨੀਕੀ ਖਰਾਬੀ ਕਾਰਨ ਜਾਂ ਕਈ ਵਾਰ ਜਹਾਜ਼ਾਂ 'ਚ ਅੱਗ ਲੱਗਣ ਕਾਰਨ ਰਨਵੇ ਤੇ ਪਹੁੰਚਣ ਤੋਂ ਬਾਅਦ ਵੀ ਜਹਾਜ਼ ਟੇਕ ਆਫ ਨਹੀਂ ਕਰ ਪਾਉਂਦੇ। ਜਹਾਜ਼ ਵਿੱਚ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਇੱਕ ਵਾਰ ਫਿਰ ਤਕਨੀਕੀ ਸਮੱਸਿਆ ਨਾਲ ਜੂਝਣਾ ਪਿਆ। ਪੁਣੇ ਤੋਂ ਕਰਨਾਟਕ ਦੀ ਰਾਜਧਾਨੀ ਬੈਂਗਲੁਰੂ ਜਾਣ ਵਾਲੀ 에ਅਰ ਏਸ਼ੀਆ ਇੰਡੀਆ ਦੀ ਉਡਾਣ ਨੂੰ ਤਕਨੀਕੀ ਖਰਾਬੀ ਕਾਰਨ ਟੇਕ ਆਫ ਤੋਂ ਠੀਕ ਪਹਿਲਾਂ ਐਤਵਾਰ ਨੂੰ ਲੈਂਡ ਕਰ ਦਿੱਤਾ ਗਿਆ। 에ਅਰ ਏਸ਼ੀਆ ਇੰਡੀਆ ਦੇ ਇੱਕ ਬਿਆਨ 'ਚ ਕਿਹਾ ਗਿਆ ਹੈ ਕਿ ਉਸਦੇ ਪੁਣੇ ਬੰਗਲੌਰ ਉਡਾਣ ਨੂੰ ਤਕਨੀਕੀ ਖਰਾਬੀ ਕਾਰਨ ਬੰਦ ਕਰਨਾ ਪਿਆ ਅਤੇ ਫਲਾਈਟ ਟੇਕ ਆਫ ਨਹੀਂ ਹੋ ਸਕੀ। ਹਾਲਾਂਕਿ 에ਅਰ ਏਸ਼ੀਆ ਕੰਪਨੀ ਨੇ ਕੋਈ ਹੋਰ ਜਾਣਕਾਰੀ ਸਾਂਝੀ ਨਹੀਂ ਕੀਤੀ ਕਿ ਇਹ ਸਮੱਸਿਆ ਕਿਉਂ ਆਈ ਹੈ। 에ਅਰ ਏਸ਼ੀਆ ਇੰਡੀਆ ਦੇ ਜਹਾਜ਼ A320 ਤੇ ਸਵਾਰ ਯਾਤਰੀਆਂ ਦੀ ਗਿਣਤੀ ਬਾਰੇ ਕੋਈ ਜਾਣਕਾਰੀ ਵੀ ਨਹੀਂ ਦਿੱਤੀ ਗਈ। 에ਅਰ ਏਸ਼ੀਆ ਇੰਡੀਆ ਦੀ ਉਡਾਣ ਦੇ ਵੇਰਵੇ ਦਿੰਦੇ ਹੋਏ ਇੱਕ ਅਧਿਕਾਰੀ ਨੇ ਦੱਸਿਆ ਕਿ ਪੁਣੇ ਬੰਗਲੌਰ 에ਅਰ ਏਸ਼ੀਆ ਇੰਡੀਆ ਦੀ ਉਡਾਣ ਨੇ ਤਕਨੀਕੀ ਖਰਾਬੀ ਕਾਰਨ ਆਪਣੇ ਟੇਕ ਆਫ ਰੱਦ ਕਰ ਦਿੱਤਾ ਅਤੇ ਐਤਵਾਰ ਨੂੰ ਵਾਪਸ ਪਰਤਿਆ। ਬੁਲਾਰੇ ਨੇ ਕਿਹਾ ਕਿ 에ਅਰ ਏਸ਼ੀਆ ਇੰਡੀਆ ਦੇਰੀ ਕਾਰਨ ਮਹਿਮਾਨਾਂ ਨੂੰ ਹੋਈ ਅਸੁਵਿਧਾ ਦੇ ਲਈ ਅਫਸੋਸ ਹੈ। ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਤੇ ਗੋਲੀਬਾਰੀ ਦੇ ਮਾਮਲੇ 'ਚ ਹੁਣ ਬ੍ਰਿਟੇਨ 'ਚ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਖਿਲਾਫ ਸ਼ਿਕਾਇਤ ਦਰਜ ਕਰਵਾਈ ਗਈ ਹੈ। ਨਵਾਜ਼ ਸ਼ਰੀਫ ਤੇ ਇਮਰਾਨ ਖਾਨ ਤੇ ਹਮਲੇ ਦੀ ਸਾਜ਼ਿਸ਼ ਰਚਣ ਦਾ ਦੋਸ਼ ਹੈ। 에ਅਰਵਾਈਡ ਨਿਊਜ਼ ਦੇ ਮੁਤਾਬਕ ਲੌਂਗ ਮਾਰਚ ਵਿੱਚ ਹੋਈ ਗੋਲੀਬਾਰੀ ਦਰਮਿਆਨ ਇੱਕ PTI ਵਰਕਰ ਦੀ ਮੌਤ ਹੋ ਗਈ ਅਤੇ ਇਮਰਾਨ ਖਾਨ ਸਮੇਤ 14 ਲੋਕ ਜ਼ਖਮੀ ਹੋ ਗਏ। PTI ਮੁਖੀ ਇਮਰਾਨ ਖਾਨ ਦੀ ਹੱਤਿਆ ਦੀ ਕੋਸ਼ਿਸ਼ ਪਿੱਛੇ ਨਵਾਜ਼ ਸ਼ਰੀਫ ਨੂੰ ਮਾਸਟਰਮਾਈਂਡ ਦੱਸਿਆ ਔਰ ਵਿਦੇਸ਼ੀ ਪਾਕਿਸਤਾਨੀਆਂ ਵੱਲੋਂ ਲੰਡਨ 'ਚ ਦਰਜ ਕਰਵਾਈ ਗਈ ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਇਮਰਾਨ ਖਾਨ ਤੇ ਕਾਤਲਾਨਾ ਹਮਲਾ ਲੰਡਨ 'ਚ ਯੋਜਨਾਬੱਧ ਕੀਤਾ ਗਿਆ ਸੀ। ਪਟੀਸ਼ਨਕਰਤਾਵਾਂ ਦੇ ਵਕੀਲ ਨੇ ਕਿਹਾ ਕਿ PMLN ਦੀ ਉਪ ਪ੍ਰਧਾਨ ਮਰੀਮ ਨਵਾਜ਼ ਅਤੇ
ਗ੍ਰਹਿ ਮੰਤਰੀ ਰਾਣਾ ਸਨੂਲਾ ਨੂੰ ਵੀ ਸ਼ਿਕਾਇਤ ਵਿੱਚ ਨਾਮਜ਼ਦ ਕੀਤਾ ਗਿਆ ਹੈ। ਉਹਨਾਂ ਨੇ ਕਿਹਾ ਕਿ ਲੰਡਨ ਪੁਲਿਸ ਨੇ ਅਪਰਾਧ ਦਾ ਹਵਾਲਾ ਨੰਬਰ ਦੇ ਕੇ ਕਾਰਵਾਈ ਦਾ ਭਰੋਸਾ ਦਿੱਤਾ ਹੈ। ਦੱਸ ਦਈਏ ਕਿ 3 ਨਵੰਬਰ ਨੂੰ ਵਜ਼ੀਰਾਬਾਦ ਵਿੱਚ ਇਮਰਾਨ ਖਾਨ ਦੇ ਲੌਂਗ ਮਾਰਚ ਦੌਰਾਨ ਉਹਨਾਂ ਤੇ ਗੋਲੀਬਾਰੀ ਕੀਤੀ ਗਈ। ਇਮਰਾਨ ਖਾਨ ਦੀ ਲੱਤ ਵਿੱਚ ਗੋਲੀ ਲੱਗੀ ਸੀ। ਲੱਤ ਤੇ ਸੱਟ ਲੱਗਣ ਕਾਰਨ ਉਹਨਾਂ ਨੂੰ ਇਲਾਜ ਦੇ ਲਈ ਹਸਪਤਾਲ ਪਹੁੰਚਾਇਆ ਗਿਆ। ਹੁਣ ਉਹਨਾਂ ਦੀ ਹਾਲਤ ਸਥਿਰ ਹੈ। ਸਾਬਕਾ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ यानी कि पाकिस्तान के साबका विदेश मंत्री ने कहा है कि वह पाकिस्तान तहरीके इंसाफ पार्टी के मुखी इमरान खान के पूरी तरह ठीक होने तक इस्लामाबाद तक हकीकी आज़ादी मार्च की अगवाई करेंगे। खान ने ਐਤਵਾਰ ਨੂੰ ਕਿਹਾ ਸੀਗਾ ਕਿ ਉਹਨਾਂ ਦੀ ਪਾਰਟੀ ਮੰਗਲਵਾਰ ਤੋਂ ਉੱਥੋਂ ਇਸਲਾਮਾਬਾਦ ਦੇ ਲਈ ਮਾਰਚ ਮੁੜ ਸ਼ੁਰੂ ਕਰੇਗੀ और जिथे उन्होंने हमला होया सी। जख्मी खान नूं ऐतवार नूं सफल सर्जरी तो बाद छुट्टी दे दी गई सी। हुण वो लाहौर स्थित उन्होंने निजी रिहाइश से ट्रांसफर कर दिए गए ने। डॉन अखबार दसदी है कि मुताबक उसके डॉन अखबार के मुताबक कि कुरैशी ने ऐतवार नूं फैसलाबाद के घंटा घर चौंक से एक विशाल जनसभा नूं संबोधन करते हुए कहा कि खान ने उन्होंने अपनी जगह ते मार्च की अगवाई करने के लिए कहा। उन्होंने कहा कि भावें वो पूरी तरह ठीक नहीं हुए पर वो रावलपिंडी में मार्च शामिल होणगे। उन्होंने कहा कि फैसलाबाद ਅਤੇ पूरे देश के लोगों की मांग है कि प्रधानमंत्री शहबाज शरीफ और गृह मंत्री राणा सनूला खान ਨੂੰ अहुदा छड्ड देना चाहिए है क्योंकि वो वजीराबाद में खान ते हुए हमले के असल साजिशकर्ता ने। वीरवार ਨੂੰ पंजाब सूबे के वजीराबाद शहर च शहबाज खिलाफ एक रोस मार्च दौरान 2 बंदूकधारियों ने हमला कर दिता सी इमरान खान के उत्ते और उस तो बाद वो पूरी तरह ठीक तो हो गए ने पर उन्होंने जिहड़ा मार्च कढ़ना शुरू किया होया पाकिस्तान दे विच वो लगातार जारी रहेगा जो कि पाकिस्तान की सियासत दे विच बहुत उथल पुथल मचा रहा है। इस सण हुण तक दी खबरां। मैनूं वरुण कौर मान नूं दिओ आग्या ते होर खबरां दे लई साडा YouTube चैनल पंजाब मेल USA TV जरूर सबसक्राइब करो। शुक्रिया। सत श्री अकाल।